Hello. Hi everybody. I hope ਤੁਸੀਂ ਤੰਦਰੁਸਤ ਹੋਵੋਗੇ. My name is Ekam Singh Panu and this is the English Family YouTube channel. We just make videos for the IELTS exam and ਉਹਦੀ preparation regarding ਅਸੀਂ content ਇੱਥੇ share ਕਰਦੇ ਹਾਂ so that ਬੱਚਿਆਂ ਨੂੰ preparation ਦੇ ਵਿੱਚ easy ਹੋਵੇ and ਉਹਨਾਂ ਦਾ ਵਧੀਆ band ਆਉਣ. Well, we have started with the listening module. ਇਸ ਤੋਂ ਪਹਿਲਾਂ reading module ਅਸੀਂ find up ਕਰ ਚੁੱਕੇ ਹਾਂ. ਉਹਦੇ ਪੈਸੇजेस ਸੋਲਵ ਹੋ ਰਹੇ ਨੇ ਡੇਲੀ ਬੇਸਿਸ ਤੇ ਸੋ ਉਹਨੂੰ ਇੱਕ ਵਾਰੀ ਚੈੱਕ ਕਰ ਸਕਦੇ ਹੋ ਰਾਈਟਿੰਗ ਮੋਡਿਊਲ ਜਿਹੜਾ ਹੈਗਾ ਉਹਦੇ ਵਿੱਚ ਟਾਸਕ 1 ਕੰਪਲੀਟ ਹੋ ਚੁੱਕਾ ਆ ਤੇ ਟਾਸਕ 2 ਸ਼ੁਰੂ ਹੋਇਆ ਲਿਸਨਿੰਗ ਮੋਡਿਊਲ ਦੇ ਵਿੱਚ ਹਲੇ ਇਸ ਤੋਂ ਪਹਿਲਾਂ ਇੱਕ ਵੀਡੀਓ ਇੰਟਰੋਡਕਟਰੀ ਵੀਡੀਓ ਜਿਹਦੇ ਵਿੱਚ ਪ੍ਰੋਪਰ ਇੱਕ ਕਿਸੇ ਮੋਡਿਊਲ ਨੂੰ ਕਿੱਦਾਂ ਅਟੈਂਪਟ ਕਰਨਾ ਚਾਹੀਦਾ ਉਹਨੂੰ ਡਿਸਕਸ ਕਰ ਚੁੱਕੇ ਆ ਅੱਜ ਜੋ ਡਿਸਕਸ ਕਰਨਾ ਆ ਦੈਟ ਇਜ਼ ਦ ਸੈਕੰਡ ਵੀਡੀਓ ਆਫ ਦਾ ਕੋਰਸ ਜਿਹਦੇ ਵਿੱਚ ਲਿਸਨਿੰਗ ਮੋਡਿਊਲ ਦੇ ਵਿੱਚ ਆਪਾਂ ਦੇਖਾਂਗੇ ਕਿ ਜਿਹੜੇ ਫਾਰਮ ਫਿਲਿੰਗ ਕੁਐਸਚਨ ਹੁੰਦੇ ਆ ਨਾਓ ਵੀ ਹੈਵ ਸਟਾਰਟਡ ਵਿਦ ਦ ਡਿਫਰੈਂਟ ਟਾਈਪਸ ਆਫ ਕੁਐਸਚਨਸ ਇਸ ਤੋਂ ਬਾਅਦ ਜੋ ਵੀਡੀਓਜ਼ ਆਉਣਗੀਆਂ ਉਹ ਕੁਐਸਚਨਸ ਰਿਲੇਟਡ ਹੀ ਆਉਣਗੇ ਫॉर ਐਗਜ਼ਾਮਪਲ ਐਮਸੀਕਿਊਜ਼ ਹੋ ਗਏ ਹੋਰ ਜਿਹੜੇ ਵੀ ਕੁਐਸਚਨਸ ਹੈਗੇ ਉਹਨਾਂ ਨੂੰ ਡਿਸਕਸ ਕਰਾਂਗੇ ਸੋ ਉਸ ਲੜੀ ਦੇ ਵਿੱਚ ਜਿਹੜਾ ਪਹਿਲਾ ਕੁਐਸਚਨ ਆਪਾਂ ਡਿਸਕਸ ਕਰਨਾ ਦੈਟ ਇਜ਼ ਦ ਫਰਸਟ ਸੈਕਸ਼ਨ ਜਿਹਦੇ ਵਿੱਚ ਫਾਰਮ ਫਿਲਿੰਗ ਕੁਐਸਚਨਸ ਹੁੰਦੇ ਆ ਠੀਕ ਹੈ ਸੋ ਇਸ ਚੀਜ਼ ਨੂੰ ਥੋੜਾ ਜਿਹਾ ਧਿਆਨ ਨਾਲ ਸਮਝੋ ਆਈ'll ਟਰਾਈ ਮਾਈ ਲੈਵਲ ਬੈਸਟ ਜਿੰਨਾ ਮੈਂ ਵੱਧ ਤੋਂ ਵੱਧ ਐਲੈਬੋਰੇਟ ਕਰ ਪਾਇਆ ਆਈ'll ਬੀ ਡੂਇੰਗ ਇਟ ਸੋ ਪਲੀਜ਼ ਥੋੜਾ ਜਿਹਾ ਦੇਖਿਓ ਠੀਕ ਹੈ ਸੋ ਲਿਸਨਿੰਗ ਮੋਡਿਊਲ ਤੁਹਾਡੇ ਸਾਹਮਣੇ ਆ ਠੀਕ ਹੈ ਜੀ Section 1 will be doing form filling question. ਇਹਦੇ ਵਿੱਚ ਆਪਾਂ ਦੇਖਣਾ ਕੀ ਹੈ ਸਭ ਤੋਂ ਪਹਿਲਾਂ ਚੀਜ਼ ਦੇਖਣੀ ਆ how to do prediction ਕਿੱਦਾਂ ਕਰਨੀ ਚਾਹੀਦੀ ਆ synonyms ਕਿੱਦਾਂ ਯੂਜ਼ ਹੁੰਦੇ ਨੇ word limit very important ਠੀਕ ਹੈ what are one word words ਠੀਕ ਹੈ one word ਕੀ ਹੁੰਦੇ ਆ ਠੀਕ ਹੈ ਜਾਂ two words ਕੀ ਹੁੰਦੇ ਆ forgive my handwriting I'm writing with a mouse ਠੀਕ ਹੈ ਫਿਰ ਉਸ ਤੋਂ ਬਾਅਦ ਦੇਖਣਾ ਨੰਬਰਸ ਦਾ ਕੀ ਰੋਲ ਹੈ ਲੈਟਰਸ ਦਾ ਕੀ ਰੋਲ ਹੈ ਲੈਟਰਸ ਮਤਲਬ ਐਲਫਾਬੈਟਸ ਠੀਕ ਹੈ ਇੱਕ ਐਡਰੈਸ ਕਿੱਦਾਂ ਲਿਖੀਦਾ ਹੁੰਦਾ ਐਂਡ ਵਿੱਚ ਇੱਕ ਡੇਟ ਕਿੱਦਾਂ ਲਿਖੀਦੀ ਹੈ ਸੋ ਵਿਲ ਬੀ ਡੂਇੰਗ ਵਾਟ ਕਿ ਅਸੀਂ 360 ਡਿਗਰੀ ਤੋਂ ਇੱਕ ਫਾਰਮ ਫਿਲਿੰਗ ਕੁਐਸਚਨਸ ਦੇਖਾਂਗੇ ਇਹ ਸਾਰੇ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਫਾਰਮ ਫਿਲਿੰਗ ਕੁਐਸਚਨ ਦੇ ਵਿੱਚ ਆਉਂਦੀਆਂ ਨੇ ਐਂਡ ਬੱਚੇ ਕਦੀ ਕਰਦੇ ਕੀ ਆ ਉਹਨੂੰ ਸਾਰਾ ਆਨਸਰ ਵੀ ਪਤਾ ਹੁੰਦਾ ਪਰ ਲਿਖਣ ਦੇ ਵਿੱਚ ਕਿਤੇ ਨਾ ਕਿਤੇ ਉਹ ਪ੍ਰੋਬਲਮ ਆ ਜਾਂਦੀ ਆ ਜਿਸ ਕਰਕੇ ਉਹਨਾਂ ਦੇ ਨੰਬਰ ਘਟਦੇ ਆ ਸੋ ਵਿਲ ਬੀ ਲਿਟਰਲੀ ਟਰਾਈਂਗ ਟੂ elaborate it further and discussion ਦੇ ਵਿੱਚ ਦੇਖਦੇ ਕੀ ਬਣੂਗਾ ਬੱਚਾ ਜਿੱਥੇ ਵੀ ਕੋਈ ਪ੍ਰੋਬਲਮ ਆਉਂਦੀ ਹੈ ਪਲੀਜ਼ ਕਮੈਂਟ ਬਾਕਸ ਦੇ ਵਿੱਚ ਇੱਕ ਵਾਰੀ ਕਮੈਂਟ ਕਰ ਦਿਓ ਜਸਟ ਬਿਕੋਜ਼ ਕਿ ਫਿਰ ਮੈਂ ਉਹਨੂੰ ਹੋਰ ਵਾਧੂ ਐਲੈਬੋਰੇਟ ਕਰ ਦੂੰਗਾ ਅਗਰ ਜ਼ਰੂਰਤ ਹੋਈ ਤਾਂ ਠੀਕ ਹੈ ਆਲਰਾਈਟ ਸੋ ਇਹਨੂੰ ਸ਼ੁਰੂ ਕਰਦੇ ਆ ਨਾਓ ਦਿਸ ਕੰਟੈਂਟ ਦਿਸ ਇਜ਼ ਫਰਮ ਦ ਕੈਂਬਰਿਜ ਇਹਨੂੰ ਇੱਕ ਵਾਰੀ ਪੜ੍ਹਦੇ ਆ ਠੀਕ ਹੈ ਹਾਊ ਦੇ ਐਲੈਬੋਰੇਟਡ ਐਂਡ ਇਸ ਤੋਂ ਬਾਅਦ ਦੇਖਦੇ ਆ ਕੀ ਹੈਗਾ ਲਓ ਜੀ ਦੇਖੋ ਧਿਆਨ ਦੇ ਨਾਲ ਇਨ ਦਿਸ ਸੈਕਸ਼ਨ ਆਫ ਦ IELTS ਲਿਸਨਿੰਗ ਟੈਸਟ ਠੀਕ ਹੈ ਇਹ ਹੁਣ ਪਹਿਲੇ ਸੈਕਸ਼ਨ ਬਾਰੇ ਗੱਲ ਹੋ ਰਹੀ ਹੈ ਜਿਹਦੇ ਵਿੱਚ 10 ਕੁਐਸਚਨ ਹੁੰਦੇ ਨੇ देयर आर ऑफन ਫਾਰਮ ਫਿਲਿੰਗ ਕੁਐਸਚਨਸ ਦੇਖੋ ਜੀ ਸੋ ਫਾਰਮ ਫਿਲਿੰਗ ਕੁਐਸਚਨਸ ਹੁੰਦੇ ਨੇ ਕਿੱਥੇ ਪਹਿਲੇ ਸੈਕਸ਼ਨ ਦੇ ਵਿੱਚ ਸੋ ਵੈਰੀ ਇੰਪੋਰਟੈਂਟ ਠੀਕ ਹੈ normally the answers will be one or two words ਇਹ ਮੈਂ ਤੁਹਾਨੂੰ ਦੱਸ ਚੁੱਕਾ ਠੀਕ ਹੈ ਜੀ will be factual information such as phone numbers dates and times so this is very important ਚਾਹੇ ਇਹਨੂੰ ਦੁਬਾਰਾ ਇੱਕ ਵਾਰੀ ਦੇਖ ਲਓ ਕਿ ਇਹਦੇ ਵਿੱਚ ਫੈਕਚੁਅਲ ਇਨਫੋਰਮੇਸ਼ਨ ਫੋਨ ਨੰਬਰਸ ਐਂਡ ਡੇਟਸ ਐਂਡ ਟਾਈਮਸ ਹੁੰਦੇ ਨੇ ਠੀਕ ਹੈ ਈਵਨ ਤੁਹਾਡੇ ਉਹ ਕਹਿ ਲਓ ਕਿ ਤੁਹਾਡਾ ਡੈਬਿਟ ਕਾਰਡ ਨੰਬਰ ਕ੍ਰੈਡਿਟ ਕਾਰਡ ਨੰਬਰ ਸੋ ਕਿੰਨੇ ਡਿਜਿਟਸ ਹੁੰਦੇ ਤੁਹਾਨੂੰ ਪਤਾ ਹੋਣਾ ਚਾਹੀਦਾ ਸੋ ਇਦਾਂ ਦੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਠੀਕ ਹੈ ਸੋ ਇਹ ਸਾਰਾ ਕੁਝ ਦਿਸ ਇਜ਼ ਦਾ ਏਰੀਆ ਹੁਣ ਦੇਖੋ ਥੋੜਾ ਦੁਬਾਰਾ ਦੇਖਦੇ ਆ ਜਿਹੜਾ ਕਿ ਟਰਾਈ ਕਰਦਾ ਤੁਹਾਨੂੰ ਟ੍ਰਿਕ ਕਰਨ ਨੂੰ ਠੀਕ ਹੈ ਆਇਲਸ ਵਿੱਚ ਇਸ ਏਰੀਆ ਦੇ ਵਿੱਚ ਬਹੁਤ ਕੋਸ਼ਿਸ਼ ਕਰਦਾ ਐਗਜ਼ਾਮੀਨਰ ਤੁਹਾਨੂੰ ਤੁਹਾਡੇ ਦਿਮਾਗ ਨਾਲ ਖੇਡਣ ਨੂੰ ਬਿਕੋਜ਼ ਹੁੰਦਾ ਕੀ ਹੈ ਯੂ ਆਰ ਗਿਵਨ ਨੰਬਰ ਆਫ ਇਨਫੋਰਮੇਸ਼ਨ ਤੁਹਾਨੂੰ ਬਹੁਤ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਐਂਡ ਤੁਹਾਨੂੰ ਇਹ ਦੇਖਣਾ ਪੈਂਦਾ ਕਿ ਉਹਦੇ ਵਿੱਚੋਂ ਕਰੈਕਟ ਕਿਹੜੀ ਹੈ ਮਤਲਬ ਕਹਿਣ ਦਾ ਕੀ ਹੈ ਕਿ ਉਹਨੇ ਬਹੁਤ ਬੋਲਣਾ ਡਿਊਰਿੰਗ ਦ ਕਨਵਰਸੇਸ਼ਨ ਤੁਸੀਂ ਦੇਖਣਾ ਕਿ ਤੁਹਾਡੀ ਇਨਫੋਰਮੇਸ਼ਨ ਕੀ ਚਾਹੀਦੀ ਹੈ ਤੁਹਾਨੂੰ ਕੀ ਉੱਥੇ ਲਿਖਣਾ ਸੋ ਇੱਕ ਦੇਖੋ ਇੱਥੇ ਜਿਹੜੀ ਇੰਪੋਰਟੈਂਟ ਚੀਜ਼ ਹੈ ਦੈਟ ਇਜ਼ ਟਿਪ ਟੂ ਰਿਮੈਂਬਰ ਇਹਨੂੰ ਛੱਡ ਥੋੜਾ ਮੇਰਾ ਸਕਰੀਨਸ਼ਾਟ ਲੈ ਲਿਓ that is a very common trick is for the person to give one piece of information and then correct it later in the recording ਕਰਨਾ ਕੀ ਹੈ ਉਹਨਾਂ ਨੇ during the conversation ਜੋ ਤੁਹਾਨੂੰ ਸੁਣੇਗਾ ਤੁਹਾਡੇ ਹੈਡਫੋਨਸ ਦੇ ਵਿੱਚ ਉਹਨੇ ਕੋਈ ਗੱਲ ਕਹਿਣੀ ਹੈ ਠੀਕ ਹੈ ਤੁਸੀਂ ਆਨਸਰ ਲਾ ਦੇਣਾ ਐਂਡ ਮੁੜ ਕੇ ਉਹਨੇ ਕਹਿਣਾ ਉਹ ਸੌਰੀ ਦਿਸ ਵਾਸ ਨਾਟ ਦਾ ਕੇਸ ਇਟ ਵਾਸ ਅਦਰ ਵਨ ਸੋ ਉਹਨੇ ਮੁੜ ਕੇ ਸੌਰੀ ਕਹਿ ਕੇ ਆਨਸਰ ਦੁਬਾਰਾ ਫੇਰ ਬੋਲਣਾ ਤੁਸੀਂ ਆਪਣਾ ਆਨਸਰ ਲਾ ਕੇ ਕੰਨ ਬੰਦ ਕਰ ਲੈਣਾ ਤੁਹਾਡਾ ਆਨਸਰ ਗਲਤ ਹੋ ਜਾਣਾ ਸੋ ਕਹਿਣ ਦਾ ਮੋਟਿਵ ਕੀ ਹੈ ਕਿ ਜਦ ਤੱਕ ਕਨਵਰਸੇਸ਼ਨ ਖਤਮ ਨਹੀਂ ਹੁੰਦੀ ਬੱਚਾ ਆਪਣੇ ਕੰਨ ਅਟੈਂਟਿਵ ਰੱਖੋ ਠੀਕ ਹੈ ਇਹ ਹੁੰਦਾ ਆ ਦੇ ਗਿਵ ਦਾ ਆਨਸਰ ਫਿਰ ਉਸ ਤੋਂ ਬਾਅਦ ਉਹ ਸੌਰੀ ਬੋਲਦੇ ਨੇ ਐਂਡ ਦੇ ਸੇ ਦ ਅਨਦਰ ਆਨਸਰ ਠੀਕ ਹੈ ਫਿਰ ਬੱਚਾ ਉੱਥੇ ਗੜਬੜ ਕਰ ਜਾਂਦਾ ਸੋ ਜਦੋਂ ਤੱਕ ਖਤਮ ਨਹੀਂ ਹੁੰਦਾ ਤੁਸੀਂ ਆਪਣਾ ਦਿਮਾਗ ਪੂਰਾ ਖੁੱਲਾ ਰੱਖਣਾ ਠੀਕ ਹੈ and if they do this ठीक है write the second answer not the first one ठीक है so ये थोड़ा ध्यान रखियो ठीक है ये हुंदा आ that they just self correct ਉਹ self correct ਕਰਦੇ ਆ ਠੀਕ ਹੈ
ਸੈਲਫ ਕਰੈਕਸ਼ਨ ਕਰਦੇ ਆ। ਸੋ ਇਸ ਚੀਜ਼ ਦਾ ਥੋੜਾ ਧਿਆਨ ਰੱਖ ਲਿਓ, ਠੀਕ ਹੈ। ਓਕੇ, ਆਲਰਾਈਟ, ਨੈਕਸਟ ਵਨ। ਹੁਣ ਦੇਖੋ ਥੱਲੇ ਕੀ ਹੈਗੀਆਂ ਨੇ ਜੋ ਆਪਾਂ ਦੇਖਾਂਗੇ ਇਸ ਵੇਲੇ, ਕਾਮਨ ਪ੍ਰੋਬਲਮ ਸੋਲੂਸ਼ਨਸ ਦੇਖਾਂਗੇ। ਸੋ ਜਸਟ ਪਹਿਲੀ ਚੀਜ਼ ਜਿਹੜਾ ਪ੍ਰੈਡਿਕਸ਼ਨ ਹੈ, ਇਹਦੇ ਬਾਰੇ ਥੋੜਾ ਧਿਆਨ ਨਾਲ ਪੜ੍ਹਦੇ ਹਾਂ। ਪ੍ਰੈਡਿਕਸ਼ਨ ਇਜ਼ ਇੰਪॉर्टेंट ਸਕਿੱਲ, I know and we all know that, ठीक है, but crucially important ਕੀ ਹੈ ਕਿਹਦੇ ਵਿੱਚ ਹੈ, that is your form filling। ਕਿੱਦਾਂ? it enables you to not focus only on the areas ਜਿਹੜੇ ਕਿ required ਨਹੀਂ ਹੈ, but ਉਹਨਾਂ ਤੇ ਜਿਹੜੇ ਕਿ actual ਕੰਮ ਆਉਂਦੇ ਨੇ, ਠੀਕ ਹੈ। prediction ਦਾ ਮਤਲਬ ਕੀ ਹੈ ਕਿ ਫੋਰ ਐਗਜ਼ਾਮਪਲ ਤੁਹਾਨੂੰ ਪੂਰੀ ਕਨਵਰਸੇਸ਼ਨ ਦੇ ਵਿੱਚ ਕੀ ਇਨਫੋਰਮੇਸ਼ਨ ਚਾਹੀਦੀ ਹੈ, ਤੁਹਾਨੂੰ ਉਹ ਪਤਾ ਆ ਤੇ ਤਾਂ ਹੀ ਤੁਸੀਂ ਸੁਣੋਗੇ, ਠੀਕ ਹੈ। ਹੁਣ ਫੋਰ ਐਗਜ਼ਾਮਪਲ ਇਸ ਚੀਜ਼ ਨੂੰ ਅੱਗੇ ਜਸਟੀਫਾਈ ਕਰਦੇ ਹੋਏ ਆ ਦੇਖੋ ਲਿਖਿਆ ਹੋਇਆ ਸ਼ੌਨ ਰੋਜਰਸ ਲਿਖਿਆ ਰੂਮ ਨੰਬਰ ਡੈਸ਼। ਹੁਣ ਰੂਮ ਨੰਬਰ ਜਿਹੜਾ ਆ ਉਹ ਹਮੇਸ਼ਾ ਡਿਜਿਟਸ ਵਿੱਚ ਹੋਏਗਾ, 101 102। ਸੋ ਕਹਿਣ ਦਾ ਮੋਟਿਵ ਕੀ ਹੈ ਕਿ ਮੈਨੂੰ ਕੁਛ ਨਹੀਂ ਸੁਣਨ ਦੀ ਲੋੜ, ਮੈਂ ਸਿਰਫ ਇਹ ਦੇਖਣਾ ਕਿ 102 103 ਡਿਜਿਟਸ ਕਿਹੜੇ ਬੋਲਦਾ ਪਿਆ ਜਾਂ 101 ਬੋਲਦਾ ਪਿਆ। ਸੋ ਇਹ ਦੇਖਣਾ। ਫਿਰ ਦੂਜਾ ਚੈੱਕਆਊਟ ਟਾਈਮ ਦੇਖਣਾ ਐਂਡ ਟਾਈਮ ਵੀ ਡਿਜਿਟਸ ਵਿੱਚ ਹੀ ਹੋਏਗਾ, ਆ ਦੇਖੋ ਇਦਾਂ, ਠੀਕ ਹੈ। ਸੋ ਇਹ ਦੇਖਣਾ। ਹੁਣ ਅਗਰ 12 ਨੂਨ ਹੈਗਾ ਆ, ਸੋ ਯੂ ਆਰ ਸਪੋਜ਼ ਟੂ ਰਾਈਟ ਨੂਨ। ਅਗਰ ਲਿਖਿਆ ਹੋਇਆ 3 in the evening, that is your PM, ਠੀਕ ਹੈ। ਸੋ ਇੱਥੇ ਤੁਸੀਂ ਧਿਆਨ ਰੱਖ ਕੇ ਇਹਨੂੰ ਇਦਾਂ ਕਰਕੇ PM ਲਿਖਣਾ, ਠੀਕ ਹੈ। ਸੋ ਇਸ ਚੀਜ਼ ਨਾਲ ਹੁਣ ਇਹਦੇ ਵਿੱਚ ਦੇਖੋ ਇਹ ਪ੍ਰੈਡਿਕਸ਼ਨ ਹੈ। ਹੁਣ ਪ੍ਰੈਡਿਕਸ਼ਨ ਨੂੰ ਸਾਡੇ ਪੰਜਾਬ ਵਿੱਚ ਬਹੁਤ ਗਲਤ ਮੰਨਿਆ ਜਾਂਦਾ ਹੈ ਕਿ ਤੁੱਕੇ ਲਾਉਣੇ, ਬੱਚਾ ਦੈਟ ਇਜ਼ ਨਾਟ ਤੁੱਕਾ। ਪ੍ਰੈਡਿਕਸ਼ਨ ਦਾ ਮਤਲਬ ਹੁੰਦਾ ਕਿ ਤੁਸੀਂ ਪ੍ਰੋਪਰ ਸਿਚੁਏਸ਼ਨ ਨੂੰ ਇੱਕ ਵਾਰੀ ਐਨਾਲਾਈਜ਼ ਕਰੋ ਐਂਡ ਆਬਜ਼ਰਵ ਕਰੋ ਕਿ ਕਿੱਦਾਂ ਦਾ ਆਨਸਰ ਆ ਸਕਦਾ, ਠੀਕ ਹੈ, ਕਿ ਯਾਰ ਇਦਾਂ ਦਾ ਆਨਸਰ ਆ ਸਕਦਾ, ਆ ਹੋ ਸਕਦਾ। ਜਿਵੇਂ ਫੋਰ ਐਗਜ਼ਾਮਪਲ ਇਹਦੇ ਵਿੱਚ ਜਸਟ ਕਹਿ ਲਓ ਕਿ ਡਿਜਿਟਸ ਹੀ ਆਨਸਰ ਹੋਣਗੇ, ਸੋ ਦੈਟ ਇਜ਼ ਅ ਪ੍ਰੈਡਿਕਸ਼ਨ। ਹੁਣ ਇਹ ਸਮਝ ਇੱਕ ਸਮਝਦਾਰ ਵਾਲੀ ਗੱਲ ਹੈ। ਹੁਣ ਇਹ ਕੋਈ ਤੁੱਕੇ ਨਹੀਂ ਹੈਗੇ, ਠੀਕ ਹੈ। ਸੋ ਇਹਨੂੰ ਥੋੜਾ ਜਿਹਾ ਇੱਕ ਜੋ ਇੱਕ ਰਿਪਰੈਜ਼ੈਂਟ ਕੀਤਾ ਗਿਆ ਪ੍ਰੈਡਿਕਸ਼ਨ ਦੇ ਇੱਕ ਨੋਰਮ ਨੂੰ, ਉਹਨੂੰ ਥੋੜਾ ਧਿਆਨ ਨਾਲ ਸਮਝੋ, ਠੀਕ ਹੈ। ਆ ਦੇਖੋ ਲਿਖਿਆ ਹੋਇਆ ਇਨ ਦਿਸ ਐਗਜ਼ਾਮਪਲ ਵੀ ਕੈਨ ਐਕੂਰੇਟਲੀ ਪ੍ਰੈਡਿਕਟ ਦੈਟ ਵੀ ਆਰ ਗੋਇੰਗ ਟੂ ਹੀਅਰ ਅ ਰੂਮ ਨੰਬਰ ਐਂਡ ਅ ਟਾਈਮ, ਠੀਕ ਹੈ। ਸੋ ਆ ਹੁੰਦੀ ਹੈ ਬੇਟਾ ਅਸਲੀ ਪ੍ਰੈਡਿਕਸ਼ਨ ਲਿਸਟਿੰਗ ਦੇ ਵਿੱਚ। ਦਿਸ ਮੀਨਸ ਦੈਟ ਵੀ ਕੈਨ ਕੰਪਲੀਟਲੀ ਫੋਕਸ ਔਨ ਦ ਟੂ ਥਿੰਗਸ, ਕਿਹੜੀਆਂ? ਜਿਹੜੀਆਂ ਤੁਹਾਡੇ ਕਰੈਕਟ ਆਨਸਰ ਹੈਗੇ ਨੇ, ਜਿਹੜੇ ਕਿ ਡਿਜਿਟਸ ਨੇ, ਮੈਨੂੰ ਪੂਰਾ ਸੁਣਨ ਦੀ ਲੋੜ ਹੀ ਨਹੀਂ। ਸੋ ਦੈਟ ਇਜ਼ ਕਾਲਡ ਪ੍ਰੈਡਿਕਸ਼ਨ। ਅੱਛਾ, ਹੁਣ ਜਦੋਂ ਪ੍ਰੈਡਿਕਸ਼ਨ ਕਰਨੀ ਹੈ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ? ਪਹਿਲੀ ਚੀਜ਼ ਗ੍ਰਾਮਰ ਬਹੁਤ ਇੰਪੋਰਟੈਂਟ ਹੈ, ਜਿਹਦੇ ਵਿੱਚ ਤੁਹਾਡਾ ਨਾਊਨ, ਵਰਬ, ਐਡਜੈਕਟਿਵ, ਐਡਵਰਬ ਸਾਰਾ ਕੁਝ ਆਉਂਦਾ, ਠੀਕ ਹੈ। ਸੋ ਇਸ ਚੀਜ਼ ਦਾ ਥੋੜਾ ਧਿਆਨ ਰੱਖਣਾ। ਹੁਣ ਗ੍ਰਾਮਰ ਬਾਰੇ ਮੈਂ ਡਿਫਰੈਂਟ ਕਲਾਸਿਸ ਇੱਕ ਵਾਰੀ ਦੇ ਦੂੰਗਾ, ਬਟ ਪਲੀਜ਼ ਇਹਨੂੰ ਆਪਣੇ ਲੈਵਲ ਤੇ ਇੱਕ ਵਾਰੀ ਰਿਵਾਈਜ਼ ਕਰ ਲਓ ਫਰੋਮ ਸਮ ਅਦਰ ਇਨਫੋਰਮੇਸ਼ਨ। ਅਗਰ ਕਿਤੇ ਹੈਗੀ ਤੁਹਾਡੇ ਕੋਲ ਬੁੱਕ ਵਗੈਰਾ ਹੈਗੀ ਆ, ਬਟ ਇਹਦੇ ਬਾਰੇ ਮੈਂ ਡੈਡੀਕੇਟਿਡ ਇੱਕ ਵਾਰੀ ਇਹਦੀ ਵੀ ਪਲੇਲਿਸਟ ਬਣਾ ਦੂੰਗਾ, ਸੋ ਉਹਨੂੰ ਵੀ ਇੱਕ ਵਾਰੀ ਦੇਖ ਲਿਓ, ਠੀਕ ਹੈ। often it is bit obvious ਕਿ which word we are word form we need to use, ਤੁਹਾਨੂੰ ਪਤਾ ਆ, ਠੀਕ ਹੈ। ਐਂਡ ਅਗਰ ਉਹ ਤੋਂ ਕੁਝ ਇਲਾਵਾ ਵਰਡ ਫਾਰਮ ਯੂਜ਼ ਹੁੰਦੀ ਹੈ ਫਿਰ ਇਹਦਾ ਨਾਲ ਆਨਸਰ ਗਲਤ ਹੈ। ਫੋਰ ਐਗਜ਼ਾਮਪਲ ਹੁਣ ਜਿੱਦਾਂ ਲੈਟਸ ਸੇ ਤੁਹਾਡੀ ਜੋ ਇੱਕ ਬਲੈਂਕ ਹੈ ਉਹਦੇ ਵਿੱਚ ਇੱਕ ਨਾਮ ਪੁੱਛਿਆ ਗਿਆ, ਠੀਕ ਹੈ, ਜਿਵੇਂ ਸ਼ੌਨ ਰੋਜਰਸ ਲਿਖਿਆ ਸੀਗਾ, ਠੀਕ ਹੈ, ਦੈਟ ਮੀਨਸ ਦੈਟ ਇਜ਼ ਅ ਨਾਊਨ। ਸੋ ਬਿਟ ਆਫ ਅੱਛੀ ਗੱਲ ਹੈ, ਜੇ ਨਾਮ ਮਿਸਿੰਗ ਹੈ ਤਾਂ ਨਾਮ ਹੀ ਸੁਣੋਗੇ ਤੁਸੀਂ, ਠੀਕ ਹੈ। ਸੋ ਦੈਟ ਇਜ਼ ਦ ਐਕਚੁਅਲ ਮੀਨਿੰਗ ਆਫ ਦ ਥਿੰਗ ਜਿਹੜੀ ਕਿ ਲਿਖੀ ਹੈ ਵਰਡ ਫਾਰਮ, ਕਿ ਅਗਰ ਨਾਮ ਮਿਸਿੰਗ ਹੈ ਤਾਂ ਨਾਮ ਤੇ ਹੀ ਫੋਕਸ ਕਰੋ, ਠੀਕ ਹੈ। ਸੋ ਇਸ ਹਿਸਾਬ ਨਾਲ ਸੋ ਫੋਰ ਐਗਜ਼ਾਮਪਲ ਅਗਰ ਸਬਜੈਕਟ ਫੋਰ ਐਗਜ਼ਾਮਪਲ ਜਿਵੇਂ ਤੁਹਾਡਾ ਆ ਗਿਆ ਫੋਨ ਨੰਬਰ, ਆ ਗਿਆ ਤੁਹਾਡਾ ਐਡਰੈਸ, ਆ ਗਿਆ ਇਹ ਸਾਰਾ ਕੁਝ ਚੀਜ਼ਾਂ, ਅਗਰ ਇਹ ਮਿਸਿੰਗ ਹੈ ਤਾਂ ਇਹਦੇ ਵੱਲ ਧਿਆਨ ਦਿਓ, ਠੀਕ ਹੈ। ਦਿਸ ਵਿਲ ਹੈਲਪ ਯੂ not only to focus on the correct part of the recording but find the correct information more easily, ਠੀਕ ਹੈ। ਸੋ ਇਸ ਚੀਜ਼ ਨੂੰ ਥੋੜਾ ਧਿਆਨ ਰੱਖੋ ਕਿ ਅਗਰ ਤੁਹਾਨੂੰ ਤੁਹਾਡੇ ਕੁਐਸਚਨ ਤੋਂ ਪਤਾ ਲੱਗ ਜਾਂਦਾ ਕਿ ਕਿਹੜਾ ਪਾਰਟ ਤੁਹਾਡੀ ਰਿਕਾਰਡਿੰਗ ਦਾ ਇੰਪੋਰਟੈਂਟ ਹੈ, ਤੁਹਾਡਾ ਆਨਸਰ ਕਦੀ ਗਲਤ ਨਹੀਂ ਹੋਏਗਾ। ਦੈਟ ਇਜ਼ ਕਾਲਡ ਪ੍ਰੈਡਿਕਸ਼ਨ, ਠੀਕ ਹੈ। ਅੱਛਾ, ਇਸ ਤੋਂ ਬਾਅਦ ਦੇਖੋ ਇਨ ਦ ਆਇਲਸ ਲਿਸਨਿੰਗ, ਠੀਕ ਹੈ, ਯੂ ਵਿਲ ਬੀ ਗਿਵਨ 30 to 45 seconds। ਹਾਂ ਇਹ ਤਾਂ ਹੈ। ਤੁਹਾਨੂੰ ਜਦੋਂ ਇੱਕ ਸੈਕਸ਼ਨ ਖਤਮ ਹੁੰਦਾ ਤੁਹਾਨੂੰ ਹਰ ਇੱਕ ਸੈਕਸ਼ਨ ਤੋਂ ਬਾਅਦ 35 ਤੋਂ 40 ਸੈਕਿੰਡ ਜਾਂ 45 ਸੈਕਿੰਡ ਦਿੱਤੇ ਜਾਂਦੇ, ਜਿੱਥੇ ਉਹ ਕਹਿੰਦੇ ਆ ਕਿ ਦਿਸ ਇਜ਼ ਯੋਰ ਫਸਟ ਸੈਕਸ਼ਨ, ਨਾਓ ਯੂ ਆਰ ਅਬਾਊਟ ਟੂ ਹੀਅਰ ਦ ਸੈਕੰਡ ਸੈਕਸ਼ਨ। ਸੋ ਉਹਦੇ ਵਿੱਚ ਕਰਨਾ ਕੀ ਹੈ, ਉਹਦੇ ਵਿੱਚ ਤੁਸੀਂ ਆਪਣੇ ਪ੍ਰੈਡਿਕਟ ਕਰੋ ਅਗਲੇ ਸੈਕਸ਼ਨ ਨੂੰ, ਉਹ ਟਾਈਮ ਵੇਸਟ ਨਾ ਕਰੋ। ਅਗਲੇ ਕੁਐਸਚਨ ਇੱਕ ਵਾਰੀ ਪੜ੍ਹ ਲਓ, ਉਹਦੇ ਚ ਪ੍ਰੈਡਿਕਟ ਕਰ ਲਓ ਵੀ ਕਿੱਦਾਂ ਦੇ ਆਨਸਰਸ ਆ ਸਕਦੇ ਆ, ਐਂਡ ਐਂਡ ਵਿੱਚ ਫਿਰ ਉਸ ਤੋਂ ਬਾਅਦ ਤੁਸੀਂ ਉਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰੋ। ਬਿਕੋਜ਼ ਪਤਾ ਹੁੰਦਾ ਕੀ ਹੈ, ਅਗਰ ਤੁਸੀਂ ਉਹ 30 ਤੋਂ 40 ਮਿੰਟ ਜਿਹੜੇ ਸਕਿੰਟ ਤੁਹਾਡੇ ਹੈਗੇ ਆ ਯੂ ਵੇਸਟ ਯੂਰ ਟਾਈਮ, ਉਹਦੇ ਵਿੱਚ ਤੁਹਾਨੂੰ ਬਾਅਦ ਵਿੱਚ ਮੁਸ਼ਕਿਲ ਆਏਗੀ। ਸੋ ਦਿਸ ਇਜ਼ ਦ ਹੰਬਲ ਰਿਕੁਐਸਟ ਕਿ ਬਿਫੋਰ ਅਟੈਂਪਟਿੰਗ ਦਾ ਸੈਕਸ਼ਨ ਉਹ 40 ਸੈਕਿੰਡ ਦੇ ਵਿੱਚ ਆਪਣਾ ਪੜ੍ਹ ਲਓ। ਹੁਣ ਕਈ ਬੱਚੇ ਕਹਿੰਦੇ ਸਰ ਸਾਡੇ ਤੋਂ 40 ਸੈਕਿੰਡ 'ਚ ਪੜ੍ਹ ਨਹੀਂ ਹੁੰਦਾ। ਬੇਟਾ ਇਹੀ ਤਾਂ ਡਰਿਲ ਹੈ, ਇੱਥੇ ਆ ਕੇ ਤਾਂ ਆਪਣੀ ਸਪੀਡ ਵਧਾਉਣੀ ਹੈ ਆਪਾਂ, ਇਹੀ ਤਾਂ ਪ੍ਰੈਕਟਿਸ ਹੁੰਦੀ ਹੈ,
ठीक है, वो तो पढ़ना पैना, ਉਹਦੇ ਬਿਨਾਂ ਸਾਡੇ ਕੋਲ ਕੋਈ ਹੱਲ ਨਹੀਂ ਹੈਗਾ, ਬਿਕੋਜ਼ ਅਗਰ ਪ੍ਰੈਡਿਕਟ ਨਹੀਂ ਕਰੋਗੇ ਤੇ ਤੁਹਾਨੂੰ ਆਨਸਰ ਕਿੱਥੋਂ ਲਾ ਲਓਗੇ ਤੁਸੀਂ, ਠੀਕ ਹੈ। ਅੱਛਾ ਦਿਲ ਫਿਰ ਇਹ ਤੋਂ ਬਾਅਦ ਆ ਜਾਓ ਸਿਨੋਨਿਮਸ, ਅਗਲਾ ਪੜ੍ਹਦੇ ਹਾਂ, ਠੀਕ ਹੈ। ਪ੍ਰੈਡਿਕਸ਼ਨ ਸਮਝ ਲੱਗ ਗਈ, ਨਹੀਂ ਸਮਝ ਲੱਗੀ ਇਹਨੂੰ ਇੱਕ ਵਾਰੀ ਰਿਪੀਟ ਕਰਕੇ ਦੇਖ ਲਓ, ਐਂਡ ਫਿਰ ਵੀ ਸਮਝ ਨਹੀਂ ਲੱਗੀ ਤੇ ਇੱਕ ਵਾਰੀ ਕਮੈਂਟ ਬਾਕਸ ਵਿੱਚ ਇੱਕ ਵਾਰੀ ਜਸਟ ਗਿਵ ਇਟ ਅ ਥੰਬ ਕਿ ਸਰ ਨਹੀਂ ਸਮਝ ਲੱਗੀ, ਦੁਬਾਰਾ ਸਮਝਾ ਦਿਓ, ਠੀਕ ਹੈ। ਅੱਛਾ ਸਿਨੋਨਿਮ ਦੇਖੋ, in the IELTS listening test, ठीक है जी, it's normal for you to read one word or to hear another word, ਇਹ ਤਾਂ ਹੁੰਦਾ ਹੀ ਹੈ। ਫॉर एग्जांपल cost ਨੂੰ ਉਹ ਪ੍ਰਾਈਸ ਲਿਖ ਸਕਦੇ ਆ, ਸੋ ਇੰਨਾ ਕੁ ਬੇਟਾ ਉਹ ਸਿਨੋਨਿਮ ਸਾਨੂੰ ਦਿਖਣੇ ਪੈਣੇ ਆ, ਠੀਕ ਹੈ। this is called synonym, ਇਹ ਤੁਹਾਨੂੰ ਪਤਾ ਹੀ ਹੈ। ਕਾਮਨ ਮਿਸਟੇਕ ਕਿੱਥੇ ਬੱਚੇ ਕਰਦੇ ਆ, ਹੁਣ ਬਹੁਤ ਇੰਪੋਰਟੈਂਟ ਹੈ, is to read a certain word and then listen for the exact word and then which you don't hear। ਹੁਣ ਕਈ ਬੱਚੇ ਕੀ ਕਰਦੇ ਆ, ਬਲੈਂਕ ਤੋਂ ਪਿਛਲਾ ਵਰਡ ਜਿਹੜਾ ਹੈਗਾ ਨਾ, ਲੈਟਸ ਸੇ ਬਲੈਂਕ ਜਿੱਥੇ ਹੈਗੀ ਉਹ ਤੋਂ ਪਿਛਲਾ ਵਰਡ ਉਹ ਐਗਜ਼ੈਕਟ ਲੱਭਣ ਦੀ ਕੋਸ਼ਿਸ਼ ਕਰਦੇ ਕਿ ਸਰ ਜੇ ਕਿਤੇ ਰਿਕਾਰਡਿੰਗ ਜਿੱਥੇ ਵੀ ਆ ਗਿਆ ਉਹ ਤੋਂ ਅਗਲਾ ਆਨਸਰ ਤੁਹਾਡਾ ਹੈਗਾ ਆ। ਸੋ ਬੇਟਾ ਇਹ ਨਹੀਂ ਪੋਸੀਬਲ ਹੈਗਾ, ਦਿਸ ਇਜ਼ ਨਾਟ ਦ ਰਾਈਟ ਥਿੰਗ, ਦਿਸ ਇਜ਼ ਬਿਕੋਜ਼ ਜਿਹੜਾ ਤੁਹਾਡਾ ਰਿਕਾਰਡਿੰਗ ਆ ਉਹਦੇ ਚ ਸਿਨੋਨਿਮ ਯੂਜ਼ ਹੁੰਦੇ ਨੇ, ਠੀਕ ਹੈ। ਹੋ ਸਕਦਾ ਤੁਹਾਨੂੰ ਸਮਵਨ ਜਿਹੜਾ ਹੈਗਾ ਤੁਹਾਨੂੰ ਪੁੱਛ ਸਕਦਾ ਉਹ ਕੋਈ ਹੋਟਲ ਰਿਜ਼ਰਵੇਸ਼ਨ ਬਾਰੇ, ਬਟ ਐਂਡ ਤੁਹਾਨੂੰ ਡਿਟੇਲ ਦੇ ਵਿੱਚ ਉਹਦੇ ਵਿੱਚ ਥੋੜਾ ਫਰਕ ਹੋਏਗਾ। ਕਿੱਦਾਂ? ਫॉर एग्जांपल ਤੁਹਾਡਾ ਜਿਹੜਾ, ਇਹਨੂੰ ਥੋੜਾ ਧਿਆਨ ਨਾਲ ਦੇਖ ਲਓ, ਚਾਹੇ ਸਕਰੀਨਸ਼ਾਟ ਲੈ ਲਓ, ਇਹ ਬਹੁਤ ਇੰਪੋਰਟੈਂਟ ਹੈ। ਅਰਾਈਵਲ ਡੇਟ ਨੂੰ ਲਿਖ ਸਕਦੇ ਆ ਡੇ ਯੂ ਅਰਾਈਵ, ਹੁਣ ਇਹ ਚੇਂਜ ਕੀਤਾ, ਪੈਰਾਫਰੇਜ਼ਿੰਗ ਕੀਤੀ ਹੈ। ਡਿਪਾਰਚਰ ਡੇਟ ਨੂੰ ਲਿਖ ਸਕਦੇ ਆ ਡੇ ਯੂ ਲੀਵ, ਠੀਕ ਹੈ। ਹੁਣ ਇਹਨੂੰ ਤੁਸੀਂ ਸਿਨੋਨਿਮ ਕਹੋ ਚਾਹੇ ਇਹਨੂੰ ਪੈਰਾਫਰੇਜ਼ਿੰਗ ਕਹੋ, ਬਟ ਇਦਾਂ ਦੀ ਹੁੰਦੀ ਹੈ। ਦਿਸ ਇਜ਼ ਹਾਊ ਅ ਪ੍ਰੋਪਰ ਸਿਨੋਨਿਮ ਥਿੰਗ ਇਜ਼ ਯੂਜ਼ਡ ਇਨ ਦ ਲਿਸਨਿੰਗ ਪਾਰਟ, ਠੀਕ ਹੈ। ਇਹਨੂੰ ਥੋੜਾ ਧਿਆਨ ਨਾਲ ਸਮਝੋ। ਅੱਛਾ ਮੇਕ ਸ਼ੋਰ, ਹੁਣ ਜਿਹੜੀ ਚੀਜ਼ ਸਿੱਖਣੀ ਹੈ, that you think about the type of information that you might hear in the form of synonyms, not the information that you read, ठीक है। ਇਹ ਨਹੀਂ ਕਿ ਜੋ ਪੜ੍ਹ ਲਿਆ ਤੇ ਉਹੀ ਆਏਗਾ, ਇਹ ਸੋਚੋ ਕਿ ਉਹਨੂੰ ਪ੍ਰੈਡਿਕਟ ਕਿਸ ਹਿਸਾਬ ਨਾਲ, ਸੌਰੀ ਉਸ ਨੂੰ ਪੈਰਾਫਰੇਜ਼ ਕਿਸ ਹਿਸਾਬ ਨਾਲ ਕੀਤਾ ਗਿਆ, ਠੀਕ ਹੈ। ਸੋ ਇਹ ਇੰਪੋਰਟੈਂਟ ਹੈ, ਬਿਫੋਰ ਲਿਸਨਿੰਗ ਟੂ ਇਟ ਪ੍ਰੈਡਿਕਟ ਕਰੋ ਕਿ ਉਹਨੂੰ ਪੈਰਾਫਰੇਜ਼ ਕਿੱਦਾਂ ਕੀਤਾ, ਦੈਟ ਇਜ਼ ਵੈਰੀ ਇੰਪੋਰਟੈਂਟ। ਅੱਛਾ ਹੁਣ ਅੱਗੇ ਆ ਜਾਓ ਵਰਡ ਲਿਮਿਟ ਤੇ, ਬੱਚਾ ਵੈਰੀ ਕ੍ਰੂਸ਼ੀਅਲ, ਬਹੁਤ ਕ੍ਰੂਸ਼ੀਅਲ ਹੈ। वर्ड लिमिट की सिचुएशन ये है, ठीक है, कि बी केयरफुल नॉट टू राइट टू मैनी वर्ड्स इन दिस सेक्शन, ठीक है जी। टू मैनी वर्ड्स नहीं लिखने फर्स्ट सेक्शन दे विच, यू विल बी गिवन स्पेसिफिक इंफॉर्मेशन, ठीक है जी, नॉट टू गो बियॉन्ड दैट। फॉर एग्जांपल लिखा होगा नॉट मोर देन 2 वर्ड्स, ठीक है जी, ये बहुत लिखा होंगे, सो इन्हें थोड़ा ध्यान समझो। दैट मीनस कि तुसी कर की सकते हो, यू कैन राइट 1 word or 2 word, नॉट मोर देन 2। हुण 1 word 2 word होंदे की है, जस्ट इस बारे एक बार समझ लो। फॉर एग्जांपल अगर किसी का नाम है, नहीं पहले इधर नहीं करते, पहले कहते कि लेट्स से एक वर्ड है कार, ठीक है, दैट इज 1 word। ब्यूटीफुल कार, दैट इज 2 word, ठीक है, क्योंकि ब्यूटीफुल का अपना एक डिफरेंट मीनिंग है, कार का एक डिफरेंट मीनिंग है। बट अगर मैं कहा एकम सिंह पन्नू, टेक्निकली देखा जाए तो 3 word है, एकम सिंह पन्नू, बट ये एक वर्ड गिना जाओगे जस्ट बिकॉज इट इज रिप्रेजेंटिंग टू सिंगल पर्सन, ठीक है। फॉर एग्जांपल अगर हिमाचल प्रदेश, ਹੁਣ ਤੁਸੀਂ ਕਹੋਗੇ ਸਰ ਵਿਚਾਲੇ ਉਹਦੇ ਸਪੇਸ ਹੈ, ਦੈਟ ਇਜ਼ ਮੀਨਸ ਇਹ 2 word ਹੈ, ਬੱਚਾ ਇਹ ਵੀ ਇੱਕ ਵਰਡ ਹੈ ਕਿਉਂਕਿ ਇੱਕ ਨਾਮ ਹੈ, ਠੀਕ ਹੈ। ਸੋ 1993, ਠੀਕ ਹੈ, ਇਹ ਚਾਹੇ ਇੱਕ ਨੰਬਰ ਹੈ ਬਟ ਇੱਕ 1 word ਵੀ ਕਾਊਂਟ ਹੋਏਗਾ, ਇਹ 4 word ਨਹੀਂ ਕਾਊਂਟ ਹੋਣਗੇ, ਕਿਉਂਕਿ ਅਗਰ 4 word ਕਾਊਂਟ ਹੋਣਗੇ ਦੈਨ 19 ਫਿਰ 100 ਕਰਕੇ ਉਹ ਡਿਜਿਟਸ ਲੰਬੇ ਹੋ ਜਾਣੇ ਆ, ਠੀਕ ਹੈ। ਸੋ ਇਫ ਦੇ ਰਿਪਰੈਜ਼ੈਂਟਿੰਗ 1 thing, a single unit, that is the 1 word, ਚਾਹੇ ਕਿੰਨੇ ਮਰਜ਼ੀ ਉਹ ਤੁਹਾਡੀ ਸਪੇਸ ਪਾਪਾ ਲਿਖਿਆ ਹੋਵੇ, ठीक है। सो इन थोड़ा जिहा ध्यान ना बच्चा समझ लो, ठीक है। इस तो बाद नॉट मोर देन 1 word and slash or a number means you can write more than 1 word and if you do it तो थोड़ा आंसर गलत हो जाना, ठीक है। सो ये बहुत इंपॉर्टेंट है, ठीक है। इस वाले पॉइंट ਨੂੰ अगर समझना ना, रीडिंग मॉड्यूल ਦੇ ਵਿੱਚ ਨਾ ਮੇਰੇ ਖਿਆਲ ਨਾਲ ਸੈਸ਼ਨ ਦੀ ਫਸਟ ਵੀਡੀਓ ਹੈ, ਉਹਨੂੰ ਇੱਕ ਵਾਰੀ ਦੇਖ ਲਓ, ਉਹਦੇ ਵਿੱਚ ਇਹ ਚੀਜ਼ ਬਹੁਤ ਇੱਕ ਵਾਰੀ ਉਹਨੂੰ ਚੱਜ ਨਾਲ ਇਲੈਬੋਰੇਟ ਕੀਤੀ ਗਈ ਹੈ, ਵਰਡ ਲਿਮਿਟ ਕੀ ਹੁੰਦੀ ਹੈ, ਕਿਉਂਕਿ ਰੀਡਿੰਗ ਐਂਡ ਲਿਸਨਿੰਗ ਦੀ ਸੇਮ ਹੀ ਹੁੰਦੀ ਹੈ, ਠੀਕ ਹੈ। ਅੱਛਾ ਹੁਣ ਆ ਜਾਓ ਨੰਬਰਸ ਤੇ, ਵੈਰੀ ਕ੍ਰੂਸ਼ੀਅਲ ਪਾਰਟ। ਨੰਬਰਸ ਨੂੰ ਜੋ ਤੁਸੀਂ ਦੇਖਣਾ ਨਾ ਕਿੱਦਾਂ ਕਰਨਾ, ਯੂ ਸ਼ੁੱਡ ਫੈਮਿਲਰਾਈਜ਼ ਨਾਟ ਵਿਦ ਦ ਨੰਬਰਸ ਬਟ ਕਿ ਉਹ ਸਾਊਂਡ ਕਿੱਦਾਂ ਕਰਦੇ ਆ, ਠੀਕ ਹੈ। ਹੁਣ ਸਾਊਂਡ ਕਿੱਦਾਂ ਐਂਡ ਰਿਮੈਂਬਰ ਕਰਨਾ ਕਿ ਉਹਨਾਂ ਦਾ ਐਕਸੈਂਟ ਕਿੱਦਾਂ ਹੁੰਦਾ। ਫॉर एग्जांपल ਆ ਦੇਖੋ, ਹੁਣ ਆ ਵਰਡਸ ਨੇ, ਸੌਰੀ ਨੰਬਰਸ ਨੇ ਜਿਹੜੇ ਕਿ ਕਨਫਿਊਜ਼ਿੰਗ ਹੈ। ਹੁਣ 13 ਐਂਡ 30 ਇੱਕ ਈਨ ਦਾ ਡਿਫਰੈਂਸ ਹੈ ਜਿਹੜਾ ਕਿ ਬੱਚੇ ਨੂੰ ਸੁਣਦਾ ਨਹੀਂ, ਇਹਨਾਂ ਦਾ ਆਨਸਰ ਗਲਤ ਹੋ ਜਾਂਦਾ। 14 40 15 that nasal sound 50। ਸੋ ਬੱਚਾ ਇਹਨੂੰ ਇੱਕ ਵਾਰੀ ਨਾ ਥੋਰਲੀ ਇੱਕ ਵਾਰੀ ਇਹਦੀ ਪ੍ਰੋਨਾਂਸੀਏਸ਼ਨ ਚਾਹੇ YouTube ਤੇ ਸੁਣ ਲਓ
ਚਾਹੇ ਗੂਗਲ ਤੇ ਸੁਣ ਲਓ, ਪਰ ਤੁਹਾਨੂੰ ਇਹਨਾਂ ਦੀ ਪ੍ਰੋਨਾਂਸੀਏਸ਼ਨ ਦੇ ਵਿੱਚ ਇੱਕ ਡਿਫਰੈਂਸ ਸਮਝ ਆਉਣਾ ਚਾਹੀਦਾ, ਕਿਉਂਕਿ ਇਹ ਕਿਤੇ ਨਾ ਕਿਤੇ ਬੱਚਿਆਂ ਲਈ ਇਟ ਇਜ਼ ਵੈਰੀ ਡਿਫਿਕਲਟ। 17 ਐਂਡ 70, ਸੋ ਇਹਨਾਂ ਦੀ ਅਗਰ ਤੁਹਾਨੂੰ ਪ੍ਰੋਨਾਂਸੀਏਸ਼ਨ ਦੇ ਨੰਬਰਸ ਦੀ ਪ੍ਰੋਨਾਂਸੀਏਸ਼ਨ ਵਿੱਚ ਅਗਰ ਤੁਹਾਨੂੰ ਡਿਫਰੈਂਸ ਸਮਝ ਲੱਗੂਗਾ ਤਾਂ ਹੀ ਕਰ ਪਾਓਗੇ, ਨਹੀਂ ਤਾਂ ਮੁਸ਼ਕਿਲ ਹੋ ਜਾਏਗਾ। ਠੀਕ ਹੈ, ਆ ਦੇਖੋ ਜੀ, these numbers are difficult for many non-native speakers and it is why IELTS use them. Very true. Practice listening and saying these numbers. मोबाइल 'ਚ रिकॉर्ड करके चाहे दोबारा सुन लो, बट ਤੁਹਾਨੂੰ ਇਹਨਾਂ ਦਾ डिफरेंस समझ आना चाहिए है। ठीक है, आ लो जी। You might also get a credit card number, ये तो मैं ਤੁਹਾਨੂੰ ਪਹਿਲਾਂ ਹੀ ਕਿਹਾ, ਕ੍ਰੈਡਿਟ ਕਾਰਡ ਨੰਬਰ। ਹੁਣ ਕਈਆਂ ਨੇ ਕ੍ਰੈਡਿਟ ਕਾਰਡ ਦੇਖਿਆ ਤਾਂ ਦੇਖੋਗੇ ਉਹਦੇ 16 ਡਿਜਿਟਸ ਹੁੰਦੇ ਨੇ। ਠੀਕ ਹੈ, ਸੋ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੈਂ 16 ਡਿਜਿਟਸ ਸੁਣ ਰਿਹਾ ਇਸ ਵੇਲੇ। ठीक है, they are always 16 long digits depending upon how many numbers are already provided. So ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿੰਨੇ ਨੰਬਰਸ ਮਿਸਿੰਗ ਹੈ ਤੇ ਕਿੰਨੇ ਵਿੱਚ ਲਿਖਣੇ ਆ। ਠੀਕ ਹੈ, ਫਾਈਨਲੀ ਇੱਕ ਹੋਰ ਚੀਜ਼ ਜਿਹੜੀ ਬਹੁਤ ਇੰਪੋਰਟੈਂਟ ਹੈ, ਟੈਲੀਫੋਨਿਕ ਨੰਬਰਸ। ਠੀਕ ਹੈ, ਹੁਣ ਟੈਲੀਫੋਨਿਕ ਨੰਬਰਸ ਇੱਕ ਚੀਜ਼ ਧਿਆਨ ਰੱਖੋ, that ਬੱਚਾ they never say zero, ਉਹ ਜ਼ੀਰੋ ਨਹੀਂ ਕਹਿੰਦੇ, instead they say o। ਫॉर एग्जांपल ਅਗਰ ਕਿਸੇ ਨੰਬਰ ਜਿਵੇਂ ਥੱਲੇ ਵਾਲਾ ਨੰਬਰ ਲਿਖਿਆ ਹੋਇਆ ਆਹ ਵਾਲਾ, ਹੁਣ ਇਹਨੂੰ ਕਿੱਦਾਂ ਪ੍ਰੋਨਾਉਂਸ ਕਰਨਾ, O7788 O700, so it will be not like 07788, it is O7788 O700। ठीक है, so O कहते हैं, वो जीरो नहीं कहते। सो बहुत इंपॉर्टेंट पॉइंट, इन्हें करी चाहे मार्क कर लो बच्चा, इधर स्क्रीनशॉट ले, बहुत इंपॉर्टेंट है। ठीक है, समझ लग गया। सो क्रेडिट कार्ड नंबर 16 डिजिट्स का होंगे, टैलीफोनिक नंबर्स किन्ने का होंगे, दैट इज ऑफ 10 डिजिट्स। ठीक है, 10 विच होंगे, 16 डिजिट ਇਹਦੇ ਵਿੱਚ ਹੁੰਦੇ। ठीक है, अच्छा इस तो बाद आ जाओ जी लेटर्स से। If there is a word such as surname or address, ठीक है, ਤੁਹਾਨੂੰ ਉਹਦੇ ਪ੍ਰੋਨਾਂਸੀਏਸ਼ਨ ਵਿੱਚ ਪ੍ਰੋਬਲਮ ਆਏਗੀ। ਠੀਕ ਹੈ, ਐਂਡ ਉਹ ਕਰਦੇ ਕੀ ਹੈ, ਫਿਰ ਉਹ ਸਪੈਲ ਆਊਟ ਕਰਦੇ ਆ, they just literally spell out the alphabets। ਠੀਕ ਹੈ, ਸਪੈਲਿੰਗ ਬੋਲਦੇ ਆ। ਹੁਣ ਬੱਚੇ ਨੂੰ ਪ੍ਰੋਬਲਮ ਕੀ ਹੁੰਦੀ ਹੈ ਕਿ ਕੁਝ ਇਦਾਂ ਦੇ ਸਾਊਂਡਸ ਹੁੰਦੇ ਨੇ ਲੈਟਰਸ ਜਿਹੜੇ ਆਪਸ ਦੇ ਵਿੱਚ ਕਨਫਿਊਜ਼ਿੰਗ ਹੁੰਦੇ ਆ। ਫॉर एग्जांपल B D E T G P। ਠੀਕ ਹੈ, ਸੋ ਜਿਵੇਂ 30 13, ਸੋ ਇਹਨਾਂ ਵਿੱਚ ਵੀ ਇੱਕ ਡਿਫਰੈਂਸ ਹੈਗਾ ਆ। ਸੋ ਜੋ ਇਹਦੀ ਪ੍ਰੋਨਾਂਸੀਏਸ਼ਨ ਦਾ ਉਹ ਇੱਕ ਫਰਕ ਹੈ ਨਾ, B D, how that your tongue touches your upper part of the mouth, so B and D। ठीक है, ਕਿਹੜਾ ਪਾਰਟ ਟੱਚ ਕਰਦਾ ਉਹਨੂੰ ਇੱਕ ਵਾਰੀ ਬੋਲ ਕੇ ਦੇਖ ਲਓ ਐਂਡ ਉਹਨੂੰ ਸੁਣੋ ਬਾਰ-ਬਾਰ ਤਾਂ ਕਿ ਤੁਹਾਨੂੰ ਕਲੈਰਿਟੀ ਹੋਵੇ। P C। ਠੀਕ ਹੈ, ਸੋ ਇੱਕ ਬਹੁਤ ਬਾਰੀਕ ਗੱਲਾਂ ਨੇ, ਸੋ ਇਹਦੇ ਤੇ ਟਾਈਮ ਲਾਓ, ਥੋੜਾ ਜਿਹਾ ਇਹਨੂੰ ਸਮਝੋ ਐਂਡ ਸਮਝਣ ਤੋਂ ਬਾਅਦ ਇਹਨੂੰ ਪ੍ਰੋਪਰ ਲੈ ਕੇ ਦੇਖੋਗੇ ਤੇ ਤਾਂ ਹੀ ਸਮਝ ਲੱਗੇਗਾ। ਠੀਕ ਹੈ, ਇਹਨਾਂ ਦੇ ਸਿਮਿਲਰ ਸਾਊਂਡਸ ਨੇ, ਇਸ ਕਰਕੇ ਇੱਥੇ ਤੁਹਾਨੂੰ ਟ੍ਰਿਕ ਕਰਦੇ ਨੇ। ਠੀਕ ਹੈ, ਹੋਰ ਇੰਪੋਰਟੈਂਟ ਪਾਰਟ। ਠੀਕ ਹੈ, ਬੱਚਾ ਇਹ ਵੀਡੀਓ ਬਹੁਤ ਇੰਪੋਰਟੈਂਟ ਹੈ। ਇਹਦੇ ਵਿੱਚ ਦੇਖੋ, ਪਹਿਲਾਂ ਨੰਬਰਸ ਨੂੰ ਦੇਖ ਲਿਆ ਆਪਾਂ। ਠੀਕ ਹੈ, ਫਿਰ ਉਸ ਤੋਂ ਬਾਅਦ ਵਰਡ ਲਿਮਿਟ, ਨੰਬਰਸ ਐਂਡ ਤੁਹਾਡੇ ਆਹ ਲੈਟਰਸ, ਇਹ ਵਾਲਾ ਪਾਰਟ ਬਹੁਤ ਇੰਪੋਰਟੈਂਟ ਹੈ। ਪਲੀਜ਼ ਇਹਨੂੰ ਇੱਕ ਵਾਰੀ ਰਿਪੀਟ ਕਰ ਲਿਓ ਅਗਰ ਦੇਖਣ ਦਾ ਤੇ। ਅੱਛਾ, ਐਡਰੈਸ ਕਿੱਦਾਂ ਲਿਖਣਾ ਇਹ ਵੀ ਦੇਖ ਲਓ। ਠੀਕ ਹੈ, many different countries have different address styles and format। ਠੀਕ ਹੈ, ਸੋ ਕਨਫਿਊਜ਼ ਹੋਵੋਗੇ ਤੁਸੀਂ ਕਿਹੜਾ ਫਾਰਮੈਟ ਫੋਲੋ ਕਰਨਾ ਜੋ ਇੰਡੀਆ ਦੇ ਵਿੱਚ ਆਲਰੇਡੀ ਫੋਲੋ ਕਰ ਰਹੇ ਹੈ, ਜੋ ਸਾਡਾ ਬ੍ਰਿਟਿਸ਼ ਹੈਗਾ ਸਟਾਈਲ ਕਿ ਪਹਿਲਾਂ ਹਾਊਸ ਨੰਬਰ, ਫਲੈਟ ਨੰਬਰ, ਫਿਰ ਸਟਰੀਟ ਨੰਬਰ, ਫਿਰ ਟਾਊਨ ਸਿਟੀ ਨੇਮ, ਜੋ ਕਿ ਆਪੋਜ਼ਿਟ ਹੈਗਾ ਤੁਹਾਡੇ ਅਮਰੀਕਾ ਦੇ ਵਿੱਚ। ਪਹਿਲਾਂ ਉਹਦੇ ਵਿੱਚ ਸਿਟੀ ਨੇਮ ਆਉਂਦਾ, ਫਿਰ ਸਟਰੀਟ ਆਉਂਦਾ, ਫਿਰ ਫਲੈਟ ਐਂਡ ਸਾਰਾ ਕੁਝ ਆਉਂਦਾ। ਸੋ ਜਿਹੜਾ ਤੁਹਾਡਾ ਬ੍ਰਿਟਿਸ਼ ਜੋ ਸਟਾਈਲ ਹੈਗਾ ਜੋ ਇੰਡੀਆ ਵਿੱਚ ਵੀ ਫੋਲੋ ਹੁੰਦਾ, ਅਸੀਂ ਉਹੀ ਫੋਲੋ ਕਰਨਾ। ਠੀਕ ਹੈ, ਅੱਛਾ ਇਹਦੇ 'ਚ ਇੱਕ ਚੀਜ਼ ਧਿਆਨ ਰੱਖਿਓ, ਦੈਟ ਇਜ਼ ਵੈਰੀ ਇੰਪੋਰਟੈਂਟ, ਦੈਟ ਇਜ਼ ਅ ਪੋਸਟਲ ਕੋਡ। ਠੀਕ ਹੈ, ਪੋਸਟਲ ਕੋਡ ਕੀ ਹੁੰਦਾ, ਹੁਣ ਪੋਸਟਲ ਕੋਡ ਕਿਸ ਤਰ੍ਹਾਂ ਹੁੰਦਾ ਬੱਚੇ, ਕਈ ਵਾਰੀ ਇਦਾਂ ਦਾ ਵੀ ਹੁੰਦਾ ਆ। ਠੀਕ ਹੈ, ਜਾਂ ਕਈ ਵਾਰੀ ਜਿਵੇਂ ਇੰਡੀਆ ਦੇ ਵਿੱਚ ਹੁੰਦਾ 6 ਡਿਜਿਟਸ ਦਾ ਹੁੰਦਾ, ਸੋ ਇਟ ਕੈਨ ਬੀ ਆਫ ਮੋਸਟਲੀ 6 ਡਿਜਿਟਸ। ਸੋ ਇਹਦਾ ਥੋੜਾ ਧਿਆਨ ਰੱਖਿਓ। ਠੀਕ ਹੈ, ਅੱਛਾ ਆ ਦੇਖੋ ਜੀ, ਹੁਣ ਆ ਇੱਕ ਕੰਪਲੀਟ ਐਡਰੈਸ ਹੈ, 22 ਸਾਊਥ ਸਟਰੀਟ ਬ੍ਰਿਸਟਲ BS1 5TW। ਠੀਕ ਹੈ, ਦਿਸ ਇਜ਼ ਹਾਊ ਯੂ ਕੈਨ ਰਾਈਟ ਇਟ। ਸੋ ਬੱਚਾ ਇਹ ਕਾਫੀ ਇੰਪੋਰਟੈਂਟ ਹੈ ਕਿ ਜੇ ਐਡਰੈਸ ਲਿਖਣਾ ਆ, ਦਿਸ ਇਜ਼ ਦ ਪ੍ਰੋਪਰ ਥਿੰਗ ਦੈਟ ਯੂ ਮਸਟ ਬੀ ਫੋਲੋਇੰਗ ਐਂਡ ਮੁੜ ਕੇ ਦੇਖਣਾ ਕਿ ਪੋਸਟਲ ਕੋਡ ਕਿੱਦਾਂ ਲਿਖਿਆ ਜਾਂਦਾ। ਠੀਕ ਹੈ, ਇਸ ਤੋਂ ਬਾਅਦ ਆਓ ਡੇਟਸ ਤੇ। ਡੇਟਸ ਵੈਰੀ ਇੰਪੋਰਟੈਂਟ ਹੈ। ਠੀਕ ਹੈ, ਹੁਣ ਦੇਖੋ, ਮੇਕ ਸ਼ੋਰ that you are aware of spelling of all the days of the week। ਹਾਂ ਪਲੀਜ਼ ਇਹਨੂੰ ਇੱਕ ਵਾਰੀ ਸਮਝ ਲਓ, ਤੁਹਾਨੂੰ ਪਤਾ ਹੋਣਾ ਚਾਹੀਦਾ ਥਰਸਡੇ ਦੇ ਸਪੈਲਿੰਗ, ਵੈਡਨਸਡੇ ਦੇ ਸਪੈਲਿੰਗ। ਠੀਕ ਹੈ, ਸੈਟਰਡੇ ਦੇ ਸਪੈਲਿੰਗ ਕਮੈਂਟ ਬਾਕਸ ਵਿੱਚ ਲਿਖ ਕੇ ਦੱਸੋ, ਮੈਂ ਉਹਨੂੰ ਇੱਕ ਵਾਰੀ ਠੀਕ ਕਰ ਦੂੰਗਾ ਅਗਰ ਤੁਹਾਨੂੰ ਨਹੀਂ ਆਉਂਦੇ। ਠੀਕ ਹੈ, ਸੋ ਇੱਕ ਵਾਰੀ ਆਪਾਂ ਇੱਕ ਵਾਰੀ ਰਿਵਾਈਜ਼ ਕਰ ਲਾਂਗੇ। ਸੋ ਪਲੀਜ਼ ਇਟ ਇਜ਼ ਹੰਬਲ ਰਿਕੁਐਸਟ,
ਰਾਈਟ ਇਨ ਦ ਕਮੈਂਟ ਬਾਕਸ ਐਂਡ ਅਗਰ ਕੋਈ ਗਲਤ ਹੋਏਗਾ ਤੇ ਮੈਨੂੰ ਠੀਕ ਕਰਾਂਗਾ, ਠੀਕ ਹੈ, ਕਮੈਂਟ ਦੇ ਵਿੱਚ ਹੀ, ਐਂਡ ਆਈ ਵਿਲ ਜਸਟ ਗਿਵ ਯੂ ਅ ਪ੍ਰੋਪਰ ਕਾਈਂਡ ਆਫ ਸਿਚੁਏਸ਼ਨ ਕਿ ਇਹਨੂੰ ਕਿੱਦਾਂ ਡੀਲ ਕਰੀਏ, ਠੀਕ ਹੈ। ਸੋ ਇੱਕ ਤਾਂ ਪ੍ਰੋਪਰ ਇਹਦੇ ਸਪੈਲਿੰਗ ਸਿੱਖੋ, ਠੀਕ ਹੈ, ਡਿਫਿਕਲਟ ਵਨ ਲਾਈਕ ਜਿਵੇਂ ਵੈਡਨਸਡੇ ਕਿ ਲੋਕ ਇੱਥੇ ਡਬਲ ਐਸ ਪਾ ਦਿੰਦੇ ਆ, ਠੀਕ ਹੈ ਜੀ। ਇਟ ਇਜ਼ ਟਰੂ ਫॉर द ਮੰਥਸ ਐਜ਼ ਵੈਲ, ਹੁਣ ਕਈ ਬੱਚਿਆਂ ਨੂੰ ਮੰਥ ਫੈਬਰਰੀ ਦੇ ਸਪੈਲ ਨਹੀਂ ਆਉਂਦੇ, ਠੀਕ ਹੈ, ਸਪੈਲਿੰਗ ਆਉਂਦੇ ਨਹੀਂ, ਸੋ ਇਹਨੂੰ ਇੱਕ ਵਾਰੀ ਧਿਆਨ ਨਾਲ ਦੇਖ ਲਓ, ਇਹ ਬਹੁਤ ਇੰਪੋਰਟੈਂਟ ਹੈ, ਠੀਕ ਹੈ। ਅੱਛਾ, ਐਂਡ ਇਫ ਯੂ ਡੋਂਟ ਪੁੱਟ ਅ ਕੈਪੀਟਲ ਰਾਈਟਿੰਗ ਇਨ ਦ ਬਿਗਨਿੰਗ ਆਫ ਥੀਸ ਵਰਡਸ ਤਾਂ ਵੀ ਇਨਕਰੈਕਟ ਹੋ ਜਾਏਗਾ। ਕੱਲਾ ਫੈਬਰਰੀ ਕੱਲਾ ਐਫ ਛੋਟਾ ਵਰਡ ਨਾ ਪੈ ਗਿਆ ਤਾਂ ਵੀ ਗਲਤ ਹੈ। ਸੋ ਤੁਹਾਡਾ ਜਿਹੜਾ ਤੁਹਾਡੇ ਆ ਜਿੰਨੇ ਵੀ ਡੇਜ਼ ਨੇ, ਤੁਹਾਡੇ ਮੰਥਸ ਨੇ, ਅਗਰ ਤੁਹਾਡਾ ਪਹਿਲਾ ਜਿਹੜਾ ਇੱਕ ਅਲਫਾਬੈਟ ਹੈ ਉਹ ਛੋਟਾ ਹੈ, ਕੈਪੀਟਲ ਨਹੀਂ, ਤਾਂ ਵੀ ਗਲਤ ਹੋ ਜਾਏਗਾ। ਬੱਚਾ ਬਹੁਤ ਇੰਪੋਰਟੈਂਟ ਚੀਜ਼ ਹੈ, ਪਲੀਜ਼ ਇਹਨੂੰ ਥੋੜਾ ਧਿਆਨ ਰੱਖੋ, ठीक है, समझ लगी। Also be aware of such synonyms like weekends for Saturdays and Sundays and fortnight for 2 weeks। ਹੁਣ ਇੱਕ ਧਿਆਨ ਦੇਖੋ, fortnight 2 weeks ਨੂੰ ਕਹਿੰਦੇ ਆ, ਪਲੀਜ਼ ਇਹ ਥੋੜਾ ਸਮਝੋ, ਠੀਕ ਹੈ। fortnight ਹੁੰਦਾ ਵੈਸੇ 15 ਦਿਨ ਜਾਂ 14 ਦਿਨ ਬਾਅਦ, ਠੀਕ ਹੈ। ਅੱਛਾ, there are also some ways and things where you can write your dates। so ਕਿਦਾਂ ਡੇਟ ਲਿਖ ਸਕਦੇ ਆ, ਦੇਖੋ the 11th of September, sorry, let me have my marker। 11th of September 2022 can be written as 11th September 2022, ठीक है। सो इदा भी लिखा जा सकता या 2002 लिखा जा सकता, सो इदा भी इनू कीता जा सकता, ठीक है। ऑल्सो प्लीज पे अटेंशन कि जो भी तुसी करना दैट इज ऑलवेज शुड बी मस्ट बी इन द वर्ड लिमिट, क्योंकि अगर वर्ड लिमिट तो थल्ले होएगा देन इट विल बी रॉन्ग। सो समझ लगी। सो बेटा डेट्स वाला काम भी काफी इंपॉर्टेंट है, सो प्लीज इनू समझ लो। ਇਹਦੇ ਵਿੱਚ ਜਿਹੜੀ ਚੀਜ਼ ਤੁਸੀਂ ਸਮਝਣ ਵਾਲੀ ਹੈਗੀ ਆ that is your spelling mistakes, स्पेलिंग्स किदा करने आ, फिर देखना तुसी संडे एंड फोर्टनाइट, एंड फिर डेट लिखनी किदा चाहिए है, ठीक है। 3 चीज़ां ये इंपॉर्टेंट, एक एड्रैस किदा लिखना आ, एक पोस्टल कोड की हुंदा, प्लीज़ इनू देखना आ। फिर लैटर्स इन्हां नू प्लीज़ रिवाइज करो, बी डी ई पी एंड देखो काफ़ी इंपॉर्टेंट आ, ओ इंस्टेड ऑफ 0, प्लीज़ इन्हू एक बार रिवाइज कर लो, प्लीज़ एक बार ये भी सुन लो, ठीक है। जो एक तुहाडे डिजिट्स ने, ठीक है, वर्ड लिमिट तुहानू पता ही है, ठीक है, इन्हें एक बार रीडिंग विच रिवाइज कर लो, ये काफ़ी इंपॉर्टेंट है, ठीक है। इस तो उत्ते एक बार सिनोनिम्स किदां यूज होंदे ने, फिर तुहाडे प्रेडिक्शन की करना चाहिए, हाउ टू डू प्रेडिक्शन एंड ऑल, सो एक बार इन्हू देख लो। सो ठीक है, सो आई होप तुहानू समझ लगा होएगा, ठीक है। लिसनिंग नू किदां करना चाहिए है, लिसनिंग द फर्स्ट सैक्शन नू किदां डील करना चाहिए है, प्लीज़ इनू एक बार दोबारा देख लो वीडियो नू, जस्ट बिकॉज ये बहुत ऐसिया गल्लां ने कि तुसी किदां डेट लिखनी है, किदां एड्रैस लिखना है, किवें एक वर्ड काउंट किए जाते हैं, ठीक है, तो किवें कोई चीज़ करनी चाहिए। सो तुहानू सारा कुछ इस वीडियो में मिलेगा रिगार्डिंग द फर्स्ट सैक्शन। पहले सैक्शन 10 क्वेश्चन होंगे, दैट मीनस 10 नंबर, ठीक है, विच कैन चेंज योर बैंड स्कोर अगर तुम थोड़ा ध्यान देखोगे, ठीक है। सो आई होप तुहानू समझ लगी होएगी। दिस वॉज अ लिटल बिट फैक्चुअल काइंड ऑफ वीडियो, ठीक है। ये समझाने नू घट सीगा, बट ये अंडरस्टैंडिंग उदों ही बनेगी अगले दी भी अगर तुहानू ये सारी चीज़ों बारे पता होगा, ठीक है, कि तुहाडे जो एक डिजिट्स है उन्होंने प्रोनाउंस किदां करना एंड इवन अल्फाबेट्स नू किदां करना, मैनी थिंग्स टू लर्न। सो इनू एक बार दोबारा देख लो, ठीक है, एंड अपनी IELTS की प्रिपरेशन नू पूरे सीरियसली करो, बिकॉज ये कल्ला तुहाडा फ्यूचर नहीं है, ये तुहाडे फैमिली का फ्यूचर है एंड तुहाडी फर्दर जनरेशन का फ्यूचर है। तुसीं एक डिसीजन लिया है टू चेंज एवरीथिंग, सो प्लीज़ उस डिसीजन जो लिया होया वो ते हुण टिको एंड अपनी प्रॉपरली तैयारी करो, ठीक है। डोंट जस्ट बी लाइक कि नहीं चल कोई नहीं करके देख लेंगे हैं, ठीक है। अपना पूरा जोर लाओ, वी आर विद यू एंड एट द एंड ऑफ द डे आप इस चीज़ को हासिल करांगे, ठीक है। सो थैंक यू सो मच एंड गॉड ब्लेस यू बच्चा, ऑलवेज देयर फॉर यू, थैंक यू।